Welcome back to News TV 84 ब्रेक तो बाद ਸਾਡੇ ਨਾਲ ਜੁੜ ਚੁੱਕੇ ਨੇ ਅਟਾਰਨੀ ਮਜਿੰਦਰਪਾਲ ਕੌਰ from EI6 ਜਿਹੜੇ ਕਿ ਇਸ ਵੇਲੇ ਸ਼੍ਰੀਨਗਰ ਦੇ ਕੇਸ ਨੂੰ ਲੜ ਰਹੇ ਹਨ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी भैन जी, जिस तरह तुसीं जानते कि श्रीनगर का केस जो सामने आया जिसमें तुसीं लड़ रहे हो, इसनों पूरे वेरवे दे नाल साडे TV 84 के दर्शकों को दसो। हाँ जी, मैं सुन रही सां वीर प्रदीप सिंह की जो इंफॉर्मेशन सी एंड आई वुड लाइक टू गिव एन अपडेट ऑन दैट। हाँ जी, ਤੁਹਾਨੂੰ शायद साडे प्रेस रिलीज राਹੀਂ पता लगा होएगा कि ਇਹ ਜਿਹੜਾ ਮਸਲਾ ਸੀ ਸਾਡੇ ਸਾਹਮਣੇ ਇਸ ਕਰਕੇ ਆਇਆ ਕਿਉਂਕਿ ਵੀਰ ਪ੍ਰਦੀਪ ਸਿੰਘ ਨੇ ਸਾਨੂੰ ਸੰਪਰਕ ਕੀਤਾ ਹੈ। ਸਾਡੇ ਵੋਲੰਟੀਅਰ ਨੇ ਬੇਸਡ ਨੇ USA ਵਿੱਚ, ਪਰ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਬਾਰਾਮੂਲਾ ਡਿਸਟ੍ਰਿਕਟ ਵਿੱਚ ਜੋ ਸੈਂਟ ਜੋਸਫ ਸਕੂਲ ਹੈ ਉੱਥੇ ਜੋ ਸਿੱਖ ਬੱਚੇ 16 ਮਈ ਦੀ ਤਰੀਕ ਤੇ ਦਸਤਾਰ ਸਜਾ ਕੇ ਸਕੂਲ ਨੂੰ ਗਏ ਸਨ, ਉਸ ਬੱਚਿਆਂ ਨੂੰ ਕਲਾਸਰੂਮ ਤੋਂ exclude ਕੀਤਾ ਗਿਆ ਸੀ। and I don't know what the word to use for Punjabi for exclude, but ਕੱਢਿਆ ਨਹੀਂ ਸੀ ਗਿਆ is not the word, but exclude the vocabulary ਦਾ ਫਰਕ ਹੁੰਦਾ ਹੈ describe ਕਰਨ ਦਾ, ਮਤਲਬ ਉਹਨਾਂ ਨੂੰ ਕਲਾਸ ਚ ਵੜਨ ਨਹੀਂ ਸੀ ਦਿੱਤਾ ਗਿਆ। and this is exclusion from the classroom। so ਅਸੀਂ ਕਿਹਾ ਅੱਛਾ ਅਸੀਂ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ, ਕਿਉਂਕਿ ਸਾਡੀ ਸੋਚ ਵਿੱਚ ਜਾਂ ਸਮਝ ਵਿੱਚ ਸਾਨੂੰ ਬਹੁਤ ਵਿਸ਼ਵਾਸ ਸੀ ਕਿ ਜੋ ਅਸੀਂ ਸੁਣਦੇ ਆਏ ਹਾਂ ਕਿ ਕਸ਼ਮੀਰ ਵਿੱਚ ਸਿੱਖ ਬਹੁਤ ਸਿੱਖੀ ਵਿੱਚ ਨੇ ਤੇ therefore we were confident ਕਿ ਇਹ ਗੱਲ ਹੱਲ ਹੋ ਜਾਏਗੀ, ਕਿਉਂਕਿ ਕਸ਼ਮੀਰ ਵਿੱਚ ਇੱਕ ਸਕੂਲ ਜਿਹੜਾ ਮੰਨਿਆ ਹੋਵੇ ਜਿਸ ਵਿੱਚ ਦਸਤਾਰ ਦੀ ਪਾਬੰਦੀ ਹੋਵੇ, ਇੱਕ ਬਹੁਤ ਹੈਰਾਨਗੀ ਵਾਲੀ ਗੱਲ ਸੀ ਸਾਡੇ ਲਈ। ਤੇ ਪਤਾ ਕਰਦੇ ਕਰਦੇ ਪਤਾ ਲੱਗਾ ਕਿ ਉਹ ਸਕੂਲ ਵਿੱਚ ਐਟਲੀਸਟ ਇਸ ਸਾਲ ਵਿੱਚ ਤੇ ਪਹਿਲੇ ਸਾਲਾਂ ਵਿੱਚ ਕੋਈ ਵੀ ਸਿੱਖ ਦਸਤਾਰ ਸਜਾ ਕੇ ਨਹੀਂ ਜਾ ਰਿਹਾ, ਭਾਵੇਂ ਉਹ ਸਕੂਲ ਚ 17 ਸਾਲਾਂ ਦੇ ਬੱਚੇ ਨੇ right up to year 12 grade ਵਿੱਚ। ਐਂਡ ਫਿਰ ਪਤਾ ਲੱਗਾ ਕਿ ਪਿਛਲੇ ਸਾਲਾਂ ਵਿੱਚ 10 ਸਾਲ ਪਹਿਲਾਂ ਇੱਕ ਸਿੱਖ ਬੱਚਾ ਸੀ 15 ਸਾਲਾਂ ਦਾ ਜਿਸਨੇ ਦਸਤਾਰ ਸਜਾਉਣੀ ਸੀ, ਤੇ ਜਦੋਂ ਉਸ ਸਕੂਲ ਦੇ ਪ੍ਰਿੰਸੀਪਲ ਜਿਸਨੂੰ ਫਾਦਰ ਬੋਲਦੇ ਨੇ ਉਸਨੇ ਉਸ ਬੱਚੇ ਨੂੰ ਕਿਹਾ ਕਿ ਤੂੰ ਦਸਤਾਰ ਨਹੀਂ ਸਜਾ ਸਕਦਾ, ਤੇ ਉਹ ਬੱਚਾ ਕਹਿੰਦਾ ਜੇ ਤੂੰ ਆਪਣਾ ਚਿੱਟਾ ਪਹਿਰਾਵਾ ਲਿਬਾਸ ਰੂਬ ਲਾ ਦੂੰਗੇ ਤੇ ਫਿਰ ਮੈਂ ਆਪਣੀ ਦਸਤਾਰ ਲਾ ਦਾਂਗਾ। ਮਤਲਬ ਉਸਨੇ ਉਸ ਫਾਦਰ ਨੂੰ ਚੈਲੰਜ ਕੀਤਾ ਤੇ ਉਸ ਫਾਦਰ ਨੇ ਫਿਰ ਉਸਨੂੰ ਰਿਲੈਂਟ ਕਰਕੇ ਦਸਤਾਰ ਸਜਾਉਣੀ ਦਿੱਤੀ ਸੀ। ਸਾਨੂੰ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਆ ਗਿਆ ਕਿ ਸਕੂਲ ਵਿੱਚ ਸ਼ਾਇਦ ਕੋਈ ਇਸ਼ੂ ਹੈ। ਬਹੁਤ ਮੰਨਿਆ ਪ੍ਰਮੰਨਿਆ ਸਕੂਲ ਹੈ, ਸੋ ਮੰਨਣ ਵਿੱਚ ਨਹੀਂ ਸੀ ਆਉਂਦਾ ਕਿ ਇੰਡੀਆ ਵਿੱਚ ਦਸਤਾਰ ਦੀ ਐਸੀ ਸਿਚੁਏਸ਼ਨ ਹੋਵੇ। ਯੂ ਕੈਨ ਇਮੈਜਿਨ ਦੈਟ ਇਨ ਵੈਸਟ in a state which is not familiar with Sikhs। so anyway ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਡਾਕਟਰ ਤਾਰਾ ਸਿੰਘ, ਸ਼ਾਇਦ ਤੁਸੀਂ ਉਹਨਾਂ ਨਾਲ ਕੱਲ ਪਰਸੋਂ ਵੀ ਗੱਲ ਕਰੋਗੇ, ਉਹਨਾਂ ਨੇ ਵੀ ਸਾਡੇ ਨਾਲ ਫਿਰ ਗੱਲ ਕੀਤੀ ਤੇ ਕਿਹਾ ਵੀ ਭੈਣ ਜੀ ਅਸੀਂ ਸਕੂਲ ਨੂੰ ਜਾ ਰਹੇ ਹਾਂ, ਬੱਚਿਆਂ ਦੇ ਮਾਪੇ ਜਾ ਰਹੇ ਨੇ ਕਹਿਣ ਨੂੰ ਵੀ ਇਹ ਤੁਸੀਂ ਦਸਤਾਰ ਉਹਨਾਂ ਨੂੰ ਕਿਉਂ ਨਹੀਂ ਸਜਾਉਣੀ ਦੇ ਰਹੇ, ਤੇ ਪ੍ਰਿੰਸੀਪਲ ਉਹਨਾਂ ਨੂੰ ਮਿਲ ਨਹੀਂ ਸੀ ਰਹੇ, ਮਤਲਬ ਵੀ ਆਈਦਰ ਡਿਲੀਬਰੇਟਲੀ ਔਰ ਅਨਅਵੇਲੇਬਲ ਹੋ ਗਏ ਸਨ। ਸੋ ਉਹ 16 ਤਰੀਕ ਦੀ ਗੱਲ ਸੀ ਐਂਡ 17 ਵੀ ਨਿਕਲ ਗਈ ਤੇ ਫਿਰ ਵਿੱਚ ਵੀਕਐਂਡ ਆ ਗਿਆ ਤੇ ਜਿਸ ਤਰ੍ਹਾਂ ਵੀਰ ਪ੍ਰਦੀਪ ਸਿੰਘ ਨੇ ਕਿਹਾ ਸੀ ਤੇ ਹੜਤਾਲ ਵੀ ਹੁੰਦੇ ਨੇ ਉਸ ਇਲਾਕੇ ਵਿੱਚ ਤੇ ਹੁਣ ਫਲੱਡ ਵੀ ਹੋ ਗਏ ਨੇ। ਸੋ ਤਕਰੀਬਨ 4 ਦਿਨ ਉਹ ਸਕੂਲ ਬੱਚੇ ਸਕੂਲਾਂ ਨੂੰ ਜਾਂਦੇ ਸਨ ਦਸਤਾਰ ਸਜਾ ਕੇ ਤੇ ਫਿਰ ਉਹਨਾਂ ਨੂੰ ਕਲਾਸ ਵਿੱਚ ਨਹੀਂ ਵੜਿਆ ਜਾਣਾ ਦਿੱਤਾ ਸੀ। ਐਂਡ ਸਾਡੀ ਸੋਚ ਵਿੱਚ ਟੂ ਮਚ ਟਾਈਮ ਹੈਡ ਲੈਪਸਡ। ਇੱਕ ਛੋਟੀ ਜਿਹੀ ਗੱਲ ਨਹੀਂ ਹੈ, ਬੱਚੇ ਸ਼ਰਾਰਤ ਨਹੀਂ ਸੀ ਕਰ ਰਹੇ, ਦਸਤਾਰ ਸਜਾ ਕੇ ਜਾ ਰਹੇ ਸਨ। ਐਂਡ ਵਾਟ ਇਜ਼ ਦ ਪ੍ਰੋਬਲਮ? ਸੋ ਅਸੀਂ ਵੀ ਪ੍ਰਿੰਸੀਪਲ ਨੂੰ ਸੰਪਰਕ ਕਰਨਾ ਚਾਹਿਆ ਪਰ ਉਹ ਵੀ ਨਹੀਂ ਮਿਲੇ ਸਾਨੂੰ। ਸੋ ਹਾਰ ਕੇ ਕਹਿ ਲਓ ਅਸੀਂ ਫਾਰਮਲ ਤੌਰ ਤੇ ਪ੍ਰਿੰਸੀਪਲ ਨੂੰ ਚਿੱਠੀ ਲਿਖੀ, ਜਿਹੜਾ ਉਸ ਡਾਇਸਿਸ ਦਾ ਬਿਸ਼ਪ ਹੈ ਜਿਹੜਾ ਰਨਸ ਦ ਸਕੂਲ, ਡਾਇਸਿਸ ਆਫ ਜੰਮੂ ਸ਼੍ਰੀਨਗਰ, ਉਹਨਾਂ ਨੂੰ ਕਿਹਾ ਵੀ ਵੀ ਰੋਟ ਮੈਂ ਲੈਟਰ ਸੇਇੰਗ ਵੀ ਇਹ ਕੀ ਹੋ ਰਿਹਾ ਹੈ, ਤੁਹਾਨੂੰ ਪਤਾ ਹੀ ਹੈ ਕਿ ਦਸਤਾਰ ਇੱਕ ਨਵੀਂ ਚੀਜ਼ ਨਹੀਂ ਹੈ, ਹੈਰਾਨਗੀ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਪੁੱਛ ਪੜਤਾਲ ਕਰ ਰਹੇ ਹੋ, ਸੋਚ ਰਹੇ ਹੋ, ਸਲਾਹ ਲੈ ਰਹੇ ਹੋ, ਇਸਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਕਿ ਨਹੀਂ। ਲਾਈਕਵਾਈਜ਼ ਵੀ ਰੋਟ ਦੀ ਆਰਚਬਿਸ਼ਪ ਆਫ ਇੰਡੀਆ ਜੋ ਕਾਰਡਿਨਲ ਹੈ, ਤੇ ਹੋਰ ਵੀ ਅਸੀਂ ਸਾਡੇ ਉਪਰਾਲੇ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਸਨ ਕੈਥੋਲਿਕ ਚਰਚ ਉਹ ਕੀਤੇ। ਨਾਲੋਂ ਨਾਲ ਕਿਉਂਕਿ ਸਾਨੂੰ ਪਤਾ ਸੀ ਜੇ ਅਸੀਂ ਸਿਰਫ
ਲੋਕਲ ਕੰਮ ਕਰਦੇ ਹਾਂ ਤੇ ਇਸਦਾ ਹੱਲ ਹੋਣਾ ਔਖਾ ਹੋਣਾ ਸੀ। ਅਸੀਂ ਸਿੱਧਾ ਨੈਸ਼ਨਲ ਕਮਿਸ਼ਨ, ਹਿਊਮਨ ਰਾਈਟਸ ਕਮਿਸ਼ਨ, ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਨੂੰ ਵੀ ਕਾਪੀ ਕੀਤੀਆਂ ਉਹੀ ਚਿੱਠੀਆਂ, ਜਿਹੜੀ ਚਿੱਠੀ ਵਿੱਚ ਅਸੀਂ ਬੱਚਿਆਂ ਦੇ 6 ਬੱਚਿਆਂ ਦੇ ਮਾਪਿਆਂ ਦੇ ਨਾਂ ਦਿੱਤੇ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਤੇ ਸਾਡੀ ਕੰਸੈਂਟ ਫਾਰਮ ਸਾਈਨ ਕੀਤੇ ਸਨ, ਤੇ ਕਿਹਾ ਸੀ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਇਹ ਡਿਲੇ ਕੀ ਹੋ ਰਿਹਾ ਹੈ। ਬੱਚੇ ਸਕੂਲ ਵਿੱਚ 16 ਤਰੀਕ ਦਰਜ ਹੋਏ ਸਨ ਦਸਤਾਰ ਜਾ ਕੇ, ਕੋਈ ਹੈਰਾਨਗੀ ਵਾਲੀ ਗੱਲ ਨਹੀਂ ਇਹ ਕਿ ਸਲਵਾਰ ਕਮੀਜ਼ ਪਾ ਕੇ ਨਹੀਂ ਸੀ ਆ ਗਏ, ਜਿਹੜਾ ਤੁਸੀਂ ਸੋਚ ਰਹੇ ਕਿ ਹੋ ਹੀ ਕੀ ਗਿਆ ਹੈ ਤੇ ਬੱਚੇ ਕਿਉਂ ਇਸ ਤਰ੍ਹਾਂ ਕਰ ਰਹੇ ਨੇ। ਇੱਕ ਮਾਮੂਲੀ ਚੀਜ਼ ਹੈ ਕਿ ਇੱਕ ਸਿੱਖ ਬੱਚਾ ਸਕੂਲ ਨੂੰ ਦਸਤਾਰ ਸਜਾ ਕੇ ਜਾਏਗਾ। ਦੈਨ ਹੋਇਆ ਕਿ ਅਸੀਂ ਉਡੀਕਣ ਲੱਗ ਪਏ। ਸਾਡੀ ਚਿੱਠੀ ਗਈ ਸੀ 21 ਤਰੀਕ ਤੇ 24 ਤਰੀਕ ਜੋ ਫਰਾਈਡੇ ਸੀ ਆਈ ਥਿੰਕ, ਉਸ ਪ੍ਰਿੰਸੀਪਲ ਨੂੰ ਪਤਾ ਲੱਗਣ ਲੱਗ ਪਿਆ ਕਿ ਇਹਨਾਂ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ। ਮੈਂ ਕਿਹਾ ਉਹਨਾਂ ਨੂੰ ਵੀ ਫਿਰ ਬਾਹਰੋਂ ਫੋਨ ਆਉਣ ਸ਼ੁਰੂ ਹੋ ਗਏ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਸੀ ਅਸੀਂ ਬਾਹਰਲੇ ਕੈਥਲਿਕ ਚਰਚ ਨਾਲ ਵੀ ਸੰਪਰਕ ਕੀਤਾ ਸੀ। ਐਂਡ 24 ਤਰੀਕ ਉਹਨਾਂ ਨੇ ਅਜੇ ਵੀ ਬੱਚੇ ਨਹੀਂ ਵੜਨ ਦਿੱਤੇ ਕਲਾਸਰੂਮ ਵਿੱਚ ਤੇ ਮਾਂ-ਪਿਓ ਨੂੰ ਕਿਹਾ ਤੁਸੀਂ ਐਤਵਾਰ ਵਾਲੇ ਦਿਨ ਆਇਓ। ਸੋ ਐਤਵਾਰ ਵਾਲੇ ਦਿਨ ਬੱਚਿਆਂ ਨੇ ਮਾਂ-ਪਿਓ ਨੇ ਜਾਣਾ ਸੀ ਤੇ ਅਚਾਨਕ 25 ਤਰੀਕ ਜੋ ਸ਼ਨੀਚਰਵਾਰ ਸੀ ਉਸ ਪ੍ਰਿੰਸੀਪਲ ਨੇ ਕੁਝ ਕੁ ਮਾਪਿਆਂ ਨੂੰ ਬੁਲਾਇਆ ਤੇ ਜਿਹੜੇ ਉੱਥੋਂ ਦੇ ਪ੍ਰਬੰਧਕ ਕਮੇਟੀ ਸਨ ਬਾਰਾਮੂਲਾ ਦੇ ਤੇ ਹੋਰ ਡਿਸਟ੍ਰਿਕਟ ਦੇ ਵੀ, ਉਹਨਾਂ ਨੂੰ ਵੀ ਬੁਲਾਇਆ ਗਿਆ ਡਾਕਟਰ ਤਾਰਾ ਸਿੰਘ ਦੀ ਮੀਟਿੰਗ ਤੇ ਉੱਥੇ ਪ੍ਰਿੰਸੀਪਲ ਨੇ ਜਿਸ ਤਰ੍ਹਾਂ ਬੱਚਿਆਂ ਦੇ ਬੱਚੇ ਇਨਵੋਲਵ ਸਨ ਉਹਨਾਂ ਦੇ ਰਿਪੋਰਟ ਕਾਰਡ ਨੇ ਇਸ ਤਰ੍ਹਾਂ ਕਿ ਕਿਹਾ ਵਿੱਚ ਖੁਦ ਅਤੇ ਬੱਚੇ ਚੰਗਾ ਨਹੀਂ ਪੜ੍ਹ ਰਹੇ, ਵੀਕ ਨੇ ਸਟੱਡੀਜ਼ ਵਿੱਚ। ਸੋ ਡਾਕਟਰ ਤਾਰਾ ਸਿੰਘ ਨੇ ਕਿਹਾ ਵੀ ਜੇ ਬੱਚੇ ਸਟੱਡੀਜ਼ ਵਿੱਚ ਵੀਕ ਨੇ ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਇੰਨੇ ਮੰਨੇ ਪ੍ਰਬੰਨੇ ਸਕੂਲ ਨੇ, ਅਸੀਂ ਉਹ ਗੱਲ ਨਹੀਂ ਕਰਨ ਆਏ ਵੀ ਬੱਚੇ ਦੀ ਸਟੱਡੀਜ਼ ਕੀ ਹੈ ਤੇ ਉਹ ਇਸ਼ੂ ਤੁਸੀਂ ਕਿਉਂ ਖੜਾ ਕਰ ਰਹੇ ਹੋ। ਮਤਲਬ ਉਹਨਾਂ ਦੀ ਜੋ ਟੈਕਟਿਕ ਸੀ ਨਾ ਕਿ ਗਲਤੀ ਇੱਕ ਚੀਜ਼ ਦੀ ਹੋਵੇ ਤੁਸੀਂ ਉਸਨੂੰ ਡਿਫਲੈਕਟ ਕਰਨ ਲਈ ਹੋਰ ਗੱਲ ਸ਼ੁਰੂ ਕਰ ਦਿਓ, ਦੈਟ ਵਾਸ ਪ੍ਰੋਬਬਲੀ ਦ ਟੈਕਟਿਕ। ਤੇ ਫਿਰ ਉਹ ਪ੍ਰਿੰਸੀਪਲ ਕਹਿਣ ਲੱਗਾ ਕਿ ਸਾਨੂੰ ਤਾਂ ਨਹੀਂ ਕੋਈ ਮਨਾ ਵੀ ਦਸਤਾਰ ਸਜਾਓ, ਤੁਸੀਂ ਇਸ਼ੂ ਕਿਉਂ ਵੱਡਾ ਖੜਾ ਕੀਤਾ ਹੈ, ਬਾਹਰੋਂ ਸਾਨੂੰ ਫੋਨ ਆ ਰਹੇ ਨੇ, ਈਮੇਲ ਆ ਰਹੇ ਨੇ, ਇੱਕ ਯੂਨਾਈਟਿਡ ਸਿੱਖ ਹੈ ਉਸਨੇ ਇਸਨੂੰ ਵੱਧ ਚੜਾ ਕੇ ਇਸ਼ੂ ਖੜਾ ਕੀਤਾ ਹੈ। ਸੋ ਡਾਕਟਰ ਤਾਰਾ ਸਿੰਘ ਨੇ ਕਹਿਣ ਲੱਗੇ ਵੀ ਤੁਸੀਂ ਕਹਿੰਦੇ ਵੀ ਬੈਨ ਨਹੀਂ ਸੀ ਪਰ 6-5 ਦਿਨ ਬੱਚਿਆਂ ਨੂੰ ਕਲਾਸ ਵਿੱਚ ਕਿਉਂ ਨਹੀਂ ਫਿਰ ਵੜਨ ਦਿੱਤਾ। ਜੇ ਬੈਨ ਨਹੀਂ ਸੀ, ਜੇ ਇਸ਼ੂ ਆਫ ਇਨਡਿਸਪਲਿਨ ਸੀ ਕਿਉਂਕਿ ਉਹ ਪ੍ਰਿੰਸੀਪਲ ਕਹਿਣ ਲੱਗਾ ਵੀ ਬੱਚੇ ਕਲਾਸ ਵਿੱਚ ਨਹੀਂ ਸੀ ਵੜਦੇ। ਸੋ ਐਨੀਵੇ ਟੂ ਕੱਟ ਲੌਂਗ ਸਟੋਰੀ ਸ਼ਾਰਟ ਐਂਡ ਬਿਕਾਜ਼ ਆਈ ਡੋਂਟ ਵਾਂਟ ਟੂ ਗੋ ਇਨਟੂ ਦ ਟੈਕਟਿਕਸ ਆਫ ਦ ਪ੍ਰਿੰਸੀਪਲ, he tried to shift blame onto the kids, he tried to deflect the issue, ਇਸ਼ੂ ਹੀ ਨਹੀਂ ਹੈ, ਤੁਸੀਂ ਕਿਉਂ ਇਸ ਨੂੰ ਇਸ਼ੂ ਬਣਾਇਆ। ਸਾਨੂੰ ਪ੍ਰਤੱਖ ਸੀ ਕਿਉਂਕਿ ਰੋਜ਼ ਮੈਂ ਫੋਨ ਕਰਦੀ ਸਾਂ ਡਾਕਟਰ ਤਾਰਾ ਸਿੰਘ ਨੂੰ ਜੋ ਸਾਡੇ ਉੱਥੇ ਨੁਮਾਇੰਦਾ ਸਨ ਕਿ ਪ੍ਰਦੀਪ ਸਿੰਘ ਤਾਂ ਮੈਰੀਲੈਂਡ ਬੈਠੇ ਹੋਏ ਨੇ ਤੇ ਇਹ ਰੋਜ਼ ਬੱਚਿਆਂ ਨਾਲ ਸੰਪਰਕ ਕਰ ਰਹੇ ਸਨ ਕਿ ਹੋ ਕੀ ਰਿਹਾ। ਸਾਨੂੰ ਪਤਾ ਸੀ ਵੀ ਹੈਡ ਐਸਟੈਬਲਿਸ਼ਡ ਦੈਟ ਬੱਚੇ ਕਲਾਸਰੂਮ ਵਿੱਚ ਨਹੀਂ ਸਨ ਨਾ, ਇਸ਼ੂ ਜੇ ਬਣ ਵੀ ਗਿਆ ਹੈ ਤੇ ਫਿਰ ਤੁਸੀਂ ਇੱਕ ਪ੍ਰਿੰਸੀਪਲ ਹੋ, ਤੁਹਾਡਾ ਪੂਰਾ ਹੱਕ ਹੈ, ਜ਼ਿੰਮੇਵਾਰੀ ਹੈ ਕਿ ਇਸ ਇਸ਼ੂ ਨੂੰ ਸਿਰੇ ਚੜਾ ਕੇ ਨਿਬੇੜਨਾ। And he didn't do that. He waited for so many days, not until the 25th was their meeting with parents and the representatives. So ਅੱਜ ਸਾਨੂੰ ਵੇਖਣਾ ਆ ਰਿਹਾ ਹੈ ਕਿ ਉਸਨੇ ਇੱਕ particular website ਤੇ ਪ੍ਰਿੰਸੀਪਲ ਨੇ ਕਿਹਾ ਹੈ ਕਿ ਇਹ ਇਸ਼ੂ ਬਣਾ ਰਿਹਾ ਦਿੱਤਾ ਜਾ ਰਿਹਾ ਹੈ ਕਿ ਕੋਈ ਬੱਚਾ ਨਹੀਂ ਸੀ ਐਕਸਪੈਲ ਕੀਤਾ। ਅਸੀਂ ਕਿਹਾ ਹੀ ਨਹੀਂ ਸੀ ਉਹ ਬੱਚਾ ਐਕਸਪੈਲ ਕੀਤਾ, ਅਸੀਂ ਕਿਹਾ ਜੋ ਐਕਸਕਲੂਡਡ ਫਰਮ ਅ ਕਲਾਸਰੂਮ। ਇਹ ਦੋ ਲਫ਼ਜ਼ ਬਹੁਤ ਵੱਖਰੇ ਵੱਖਰੇ ਨੇ। ਐਨੀਵੇ ਉਹਨੇ ਆਪਣੀ ਸਿਫਾਰਿਸ਼ ਕਰਨੀ ਸੀ, ਉਹ ਆਪਣੀ ਡੀਲਿੰਗ ਕਰਨੀ ਸੀ, ਉਸਨੇ ਜੋ ਬੋਲਿਆ ਸੀ ਉਹਦਾ ਜਵਾਬ ਦੇ ਦਿੱਤਾ ਹੈ। ਪਰ ਸ਼ਨੀਚਰਵਾਰ ਵਾਲੇ ਦਿਨ ਉਹਨੇ ਉਸ ਮਾਪੇ ਜਿਹੜੇ ਆਏ ਸਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਜਿਹੜੇ ਆਏ ਸਨ ਉਹਨਾਂ ਨੇ ਕਿਹਾ ਸੀ ਨਹੀਂ ਕੋਈ ਗੱਲ ਨਹੀਂ ਬੱਚੇ ਆ ਜਾਣ ਦਸਤਾਰ ਸਜਾ ਕੇ। ਹੁਣ ਵੇਖੋ ਬੱਚੇ ਅੱਜ ਗਏ ਸਨ ਕਿਉਂਕਿ ਉਹ ਇਸ਼ੂ ਸੈਟਰਡੇ ਉਹਨਾਂ ਨੇ ਇਸ ਨੂੰ ਸੁਣਾਇਆ ਸੀ, ਸਾਰੇ ਮਾਪੇ ਨੂੰ ਪਤਾ ਨਹੀਂ ਦਿੱਤਾ ਗਿਆ ਕਿਉਂਕਿ ਫਲੱਡ ਵੀ ਸੀ ਉੱਥੇ, ਹੜ੍ਹ ਹੋ ਕੇ ਹਟਿਆ ਹੈ। ਐਂਡ ਅੱਜ ਬੱਚੇ ਗਏ ਸਨ ਦਸਤਾਰ ਸਜਾ ਕੇ ਤੇ ਉਹ ਬੱਚਿਆਂ ਨੂੰ ਵੜਨ ਦਿੱਤਾ ਸੀ। ਹੁਣ ਬਾਕੀ ਕੱਲ ਨੂੰ ਪਤਾ ਲੱਗੇਗਾ ਕਿਉਂਕਿ ਡਾਕਟਰ ਤਾਰਾ ਸਿੰਘ ਜੀ ਮੈਨੂੰ ਕਹਿੰਦੇ ਸਨ ਕਿ ਹੁਣ ਸਾਰੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਸਜਾ ਕੇ ਆ ਸਕਦੇ ਹੋ ਤੇ ਕੱਲ ਪਤਾ ਲੱਗੇਗਾ ਵੀ ਕਿੰਨੇ ਕੁ ਨਾਲ ਬੱਚੇ ਦਸਤਾਰ ਸਜਾ ਕੇ ਜਾਣਗੇ ਤੇ ਕੀ ਇਸ਼ੂ ਹੋਏਗਾ। ਮੇਰੀ ਸੋਚ ਵਿੱਚ ਈਵਨ ਦੋ ਪ੍ਰਦੀਪ ਸਿੰਘ ਜੀ ਕੌਸ਼ਸ ਸਨ ਇਨ ਹਿਸ ਆਬਜ਼ਰਵੇਸ਼ਨ, ਮੇਰੀ ਸੋਚ ਵਿੱਚ ਉਹ ਜੋ ਪ੍ਰਿੰਸੀਪਲ ਹੈ
उसने कंसेशन लफ्ज नहीं बोलना चाहती, उसने मन लिया है कि उन्होंने सजानी देनी पैनी है। जिथे बहुत सालों तो दस्तार नहीं सी सजाई जा रही, एंड आई थिंक दिस प्रॉब्लम हैज बीन रिजॉल्व्ड, बट वन हैज टू बी वेरी केयरफुल क्योंकि कुछ होर रियलिटी कुछ होर ना हो जाए। पर साडी आस है क्योंकि बहुत दूरों दूरों कैथलिक चर्च तो उन्होंने सुनेहा मिलिया कि ये गल तुसीं कीती है गलत है। I don't think in that track. I think the problem has been resolved. What is interesting is जो सानू देखना मिल गया है, जिस तरह प्रदीप सिंह कहते सन, जे सानू ना पता लगता, जे प्रदीप सिंह साडे नाल ना संपर्क करते ना, ਉਹ ਸਕੂਲ ਵਿੱਚ ਜਿਹੜੇ ਬੱਚੇ ਆ ਜਿਸ ਤਰ੍ਹਾਂ ਪਿਛਲੇ ਸਾਲਾਂ ਤੋਂ ਨਹੀਂ ਸਜਾ ਕੇ ਆ ਰਹੇ, ਕੋਈ ਪਾਬੰਦੀ ਸ਼ਾਇਦ ਲਿਟਨ ਤੌਰ ਤੇ ਨਹੀਂ ਹੁੰਦੀ, ਪਰ ਤੁਹਾਨੂੰ ਹੈਰਾਨਗੀ ਹੋਏਗੀ ਅਮਰੀਕਾ ਵਿੱਚ ਵੀ ਬੱਚਾ ਦਸਤਾਰ ਸਜਾ ਲੈਂਦਾ ਹੈ ਕਿਸੇ ਉਮਰ ਵਿੱਚ ਜਿੱਥੇ ਹੱਕ ਥੋੜੇ ਨੇ ਜਾਂ ਹੱਕ ਇੰਨੇ ਮੰਨੇ ਪਰਮੰਨੇ ਨਹੀਂ। ਇੰਡੀਆ ਵਿੱਚ ਇੱਕ ਬੱਚਾ ਤਾਂ ਮਾਮੂਲੀ ਗੱਲ ਹੈ ਕਿ 14 ਸਾਲ ਦੀ ਉਮਰ ਜਾਂ 13 12 whatever ਦਸਤਾਰ ਸਜਾਉਂਦਾ ਹੈ। ਤੁਸੀਂ ਵੇਖੋਗੇ ਉੱਥੇ ਪਟਕਾ ਸਜਾ ਕੇ ਜਾਂਦੇ ਨੇ 17 ਸਾਲ ਦੇ ਬੱਚੇ ਉਸ ਸਕੂਲ ਵਿੱਚ ਅੰਟਿਲ ਨਾਓ। ਪਰ ਜਿਹੜੀ ਮਾਣ ਵਾਲੀ ਗੱਲ ਇਹ ਹੈ ਕਿ ਇਹ 40 ਬੱਚੇ ਜਿਨ੍ਹਾਂ ਨੇ 16 ਤਰੀਕ ਦਸਤਾਰਾਂ ਸਜਾਈਆਂ ਸਨ, ਇਹਨਾਂ ਨੇ ਇੱਕ ਲਹਿਰ ਸ਼ੁਰੂ ਕੀਤੀ ਹੈ ਦਸਤਾਰ ਦੀ। ਅਸੀਂ ਬਹੁਤ ਉਹਨਾਂ ਦਾ ਮਾਣ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਸਨਮਾਨ ਵੀ ਕਰਾਂਗੇ ਇੱਕ ਸੈਰਮਨੀ ਵਿੱਚ ਜੀ ਉਸੇ ਸ਼ਹਿਰ ਵਿੱਚ ਬਾਰਾਮੂਲਾ ਜੀ। ਤੇ ਭੈਣ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਕਿ 40 ਬੱਚੇ ਦਸਤਾਰ ਸੀ, ਹੋਰ ਵੀ ਕਾਫੀ ਸਟੂਡੈਂਟਸ ਹੋਣੇ ਆ ਇਸ ਸਕੂਲ ਦੇ ਵਿੱਚ ਜਿਹੜੇ ਦਸਤਾਰ ਪਾ ਕੇ ਆਉਂਦੇ ਹੋਣ, ਜਾਂ ਫਿਰ ਕੋਈ ਕ੍ਰਿਸਚਨ ਜਾਂ ਕੈਥਲਿਕ ਸਟੂਡੈਂਟਸ ਵੀ ਹੋਣੇ ਇਸ ਸਕੂਲ ਦੇ ਵਿੱਚ। ਕੀ ਸਿਰਫ ਜਿਹੜਾ ਆਹ ਭੇਦਭਾਵ ਕੀਤਾ ਹੈ ਸਿਰਫ ਪ੍ਰਿੰਸੀਪਲ ਨੇ ਕੀਤਾ ਕਿ ਜਿਹੜੇ ਬੱਚੇ ਨਾਲ ਦੇ ਹਨ ਉਹ ਵੀ ਬੱਚਿਆਂ ਦੇ ਨਾਲ, ਸਾਡੇ ਸਿੱਖ ਬੱਚਿਆਂ ਦੇ ਨਾਲ ਭੇਦਭਾਵ ਕਰਦੇ ਹਨ? ਇਸ ਬਾਰੇ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ? मतलब ये समझ नहीं आई कि बच्चे अपने आप ਨੂੰ ਜੀ ਜਿਸ ਤਰ੍ਹਾਂ ਡਿਸਕ੍ਰਿਮੀਨੇਟ ਕਰ ਰਹੇ ਨੇ। ਹਾਂਜੀ, ਜਿਸ ਤਰ੍ਹਾਂ ਇੱਕ ਸਿੱਖ ਬੱਚਿਆਂ ਦੇ ਨਾਲ ਹੋਰ ਬੱਚੇ ਪੜ੍ਹਦੇ ਹੋਣਗੇ ਕਿ ਉਹ ਉਹਨਾਂ ਦੀ ਦਸਤਾਰ ਨੂੰ ਵੇਖ ਕੇ ਜੀ ਉਹਨਾਂ ਨੇ ਭੇਦਭਾਵ ਵੀ ਕਰਦੇ ਹਨ। I don't think there is such an issue of ਉਸ ਬੱਚੇ ਕਿਉਂਕਿ ਇਹ 300 ਬੱਚਾ ਹੈ ਸਿੱਖ ਹੈ ਨਾ ਉੱਥੇ। it's a large Sikh a large school population। 300 ਬੱਚਾ ਮੈਂ ਕਿਹਾ 3000 ਬੱਚਾ ਹੈ ਸਾਰਾ ਉਸ ਸਕੂਲ ਵਿੱਚ, ਬਹੁਤ ਮੰਨਿਆ ਪਰਮੰਨਿਆ ਸਕੂਲ ਹੈ। ਇਸ਼ੂ ਇਹੀ ਹੈ ਵੀ ਇਟਸ ਅ ਕੇਸ ਸਟੱਡੀ ਤੁਸੀਂ ਸਮਝ ਲਓ ਜਿੱਥੇ ਸਿੱਖੀ ਇੰਨੀ ਮੰਨੀ ਪਰਮੰਨੀ ਹੋਵੇ ਪਰ ਇੱਕ ਸਕੂਲ ਐਸਾ ਪ੍ਰਭਾਵ ਪਾ ਸਕਦਾ ਹੈ ਆਪਣੀ ਯੂਨੀਫਾਰਮ ਕੋਡ ਦੇ ਨਾਂ ਹੇਠਾਂ ਵੀ ਇੱਕ ਸਿੱਖ ਬੱਚਾ ਦਸਤਾਰ ਨਹੀਂ ਸੀ ਸਜਾਉਂਦਾ ਆਇਆ ਕਿੰਨੇ ਸਾਲਾਂ ਤੋਂ। ਹਾਂਜੀ ਹੈ ਨਾ ਜੀ। ਤੁਸੀਂ ਇੱਕ ਪੁਰਾਣਾ ਫੋਟੋ ਵੇਖਿਆ ਹੋਵੇਗਾ ਸਾਡੀ ਵੈਬਸਾਈਟ ਤੇ ਜੋ ਇਹ ਪ੍ਰੈਸ ਰਿਲੀਜ਼ ਹੈ ਜਿੱਥੇ ਕਿਉਂਕਿ ਇਹ ਸਕੂਲ 107 ਸਾਲ ਪੁਰਾਣਾ ਹੈ। ਹਾਂਜੀ ਇਨ ਦੀ अर्ਲੀ ਇਅਰਸ ਮੇਰੇ ਖਿਆਲ 1920s or whatever it is ਉਦੋਂ ਲਿਖਿਆ ਜਾਂਦਾ ਸੀ ਜਿਹੜੇ ਬੱਚੇ ਦਸਤਾਰ ਸਜਾ ਰਹੇ ਹਨ ਉਹ ਵੱਡੀ ਉਮਰ ਦੇ ਨਹੀਂ। ਫਿਰ ਕਦੋਂ ਲੈਪਸ ਹੋਇਆ, ਕਦੋਂ ਦਸਤਾਰ ਸਜਾਉਣੀ ਬੰਦ ਕੀਤੀ, ਕਿਹੜੇ ਪ੍ਰਿੰਸੀਪਲ ਨੇ ਇਹ ਯੂਨੀਫਾਰਮ ਨੂੰ ਇੰਪਲੀਮੈਂਟ ਕੀਤਾ ਔਨ ਬੇਸਿਸ ਆਫ ਫਿਰ ਪਟਕਾ ਸਜਾਓ, ਉਹ ਵੀ ਹਿਸਟਰੀ ਨਹੀਂ ਮੈਂ ਜੇ ਖੋਜ ਕੀਤੀ। ਬਟ ਦ ਫੈਕਟ ਇਜ਼ before the 16th of May 2013 ਕੋਈ ਸਿੱਖ ਬੱਚਾ ਦਸਤਾਰ ਨਹੀਂ ਸੀ ਸਜਾ ਰਿਹਾ। 17 ਸਾਲ ਦੇ ਬੱਚੇ ਸਨ ਸਜਾ ਰਹੇ। ਕਿਉਂ, ਕਿਸ ਤਰ੍ਹਾਂ, ਉਹ ਕੋਈ ਐਕੈਡੈਮਿਕ ਰਿਸਰਚ ਕਰ ਲਵੇ, ਰਿਐਲਿਟੀ ਇਜ਼ ਹੁਣ ਉਹ ਸਜਾਉਣਗੇ। ਪਰ ਜੋ ਹੈਰਾਨਗੀ ਵਾਲੀ ਗੱਲ ਨਹੀਂ ਕਹਾਂਗੀ, ਜੋ ਸੋਹਣੀ ਗੱਲ ਇਹ ਹੈ ਗੁਰੂ ਸਾਹਿਬ ਨੇ ਜਦੋਂ ਆਪਣੇ ਸਿੱਖਾਂ ਨੂੰ ਜਗਾਉਣਾ ਹੁੰਦਾ ਉਹ ਕਈ ਤਰੀਕੇ ਵਰਤਦੇ ਨੇ। ਸੋ ਇਹ ਤਰੀਕਾ ਸੀ ਵੀ 40 ਬੱਚਿਆਂ ਦੇ ਵਿੱਚ ਜੋ ਵੀ ਜ਼ਿਆਦਤ ਆਈ, ਜੋ ਵੀ ਕਾਰਨ ਸੀ, ਉਸ ਕਾਰਨ ਕਰਕੇ ਉਹਨਾਂ ਨੇ ਮੁੱਦਾ ਚੁੱਕਿਆ। ਮਾਫ ਕਰਨਾ ਉਹਨਾਂ ਦੇ ਮਾਂ ਪਿਓ ਨੇ ਨਹੀਂ ਚੁੱਕਿਆ, ਮਾਫ ਕਰਨਾ ਉਹਨਾਂ ਦੇ ਪ੍ਰਬੰਧਕਾਂ ਨੇ ਨਹੀਂ ਚੁੱਕਿਆ। ਇਹ 40 ਬੱਚੇ ਆਪਣੇ ਆਪ ਨਾਲ ਸਲਾਹ ਕਰਕੇ ਗਏ ਸਨ ਵੀ ਅਸੀਂ ਅੱਜ ਤੋਂ ਦਸਤਾਰ ਸਜਾਉਣੀ ਹੈ ਤੇ ਸਕੂਲਾਂ ਵਿੱਚ ਵੀ ਸਜਾਉਣੀ ਹੈ ਤੇ ਹੋਪਫੁਲੀ they are the reason why there will be now a change in that convent school where 6 kids will now wear the turban। ਮੇਰੇ ਕਹਿਣ ਦਾ ਮਤਲਬ ਵੀ ਹੋਰ ਕਈ ਐਸੇ ਸਕੂਲ ਹੋਣਗੇ ਜਿਹਨਾਂ ਨੂੰ ਸਾਨੂੰ ਪਤਾ ਹੀ ਨਹੀਂ ਹੈ ਜਿਨ੍ਹਾਂ ਦਾ। ਇਹ ਛੋਟਾ ਜਿਹਾ ਸਕੂਲ ਨਹੀਂ ਸੀ ਕਿ ਲੁਕਿਆ ਰਿਹਾ ਹੈ ਨਾ, ਬਹੁਤ ਵੱਡਾ ਸਕੂਲ ਸੀ। ਸੋ ਸਾਡੀ ਸੋਚ ਵਿੱਚ ਹੋਪਫੁਲੀ with the publicity given by the media operators like you, anyone who lives in America, Canada, the UK, who come from such areas in India, ਜਿਨ੍ਹਾਂ ਨੂੰ ਸੁਣਨ ਵਿੱਚ ਆਉਂਦਾ ਹੈ ਕਿ ਉਹਨਾਂ ਦੇ ਸਕੂਲ ਵਿੱਚ ਵੀ ਐਸਾ ਇਸ਼ੂ, ਉਹ ਸਾਨੂੰ ਦੱਸਣਗੇ and we will resolve it. It got resolved because the principal was eventually ਸਿਆਣਾ ਨਿਕਲਿਆ ਹੈ ਕਿ ਉਸਨੇ ਜੋ ਉਹਨੂੰ ਫੋਨ ਆ ਰਹੇ ਸਨ, ਈਮੇਲ ਆ ਰਹੇ ਸਨ ਉਹਨਾਂ ਦੀ ਆਪਣੀ ਡਾਇਸਿਸ, ਆਪਣੀ ਕੈਥਲਿਕ ਚਰਚ ਦੇ ਸਟਰਕਚਰ ਚੋਂ, ਉਸਨੇ ਸੁਣ ਲਿਆ ਤੇ ਅਸੀਂ ਆਵਾਜ਼ ਉਠਾ ਸਕੇ ਕਿਉਂਕਿ ਕੋਈ ਸਿੱਖ ਬਾਹਰ ਬੈਠਾ ਪ੍ਰਦੀਪ ਵਰਗਾ ਸਾਨੂੰ ਉਸਨੇ ਇਸਦੀ
ਜਾਣਕਾਰੀ ਕਰਵਾਈ ਜੀ ਡਾਕਟਰ ਤਾਰਾ ਸਿੰਘ ਉਹਨਾਂ ਨਾਲ ਸੰਪਰਕ ਕੀਤਾ ਸੋ ਦਿਸ ਹੋਲ ਸਟਰਕਚਰ ਮੈਂ ਨਾਲ ਇਹ ਜ਼ਰੂਰ ਦੱਸਣਾ ਚਾਹੁੰਦੀ ਸਾਂ ਹਾਂਜੀ ਕਿ ਜਦੋਂ ਅਸੀਂ ਪ੍ਰੈਸ ਰਿਲੀਜ਼ ਕੀਤੀ ਸੀ ਇਸ ਇਸ਼ੂ ਬਾਬਤ ਸਾਨੂੰ ਇੱਕ ਈਮੇਲ ਜ਼ਰੂਰ ਆਇਆ ਸੀ ਜਿੱਥੇ ਉਹ ਪਤਾ ਨਹੀਂ ਕੌਣ ਹੈ ਅੱਜ ਕੱਲ੍ਹ ਸਿੱਖਾਂ ਦਾ ਪਤਾ ਨਹੀਂ ਲੱਗਦਾ ਸਿੱਖ ਹੈ ਕਿ ਨਹੀਂ ਕਿਉਂਕਿ ਸਿੰਘ ਕੌਰ ਨਹੀਂ ਵਰਤਦੇ ਇੱਕ ਈਮੇਲ ਆਈ ਤੇ ਉਹ ਕਹਿੰਦਾ ਤੁਸੀਂ ਬਾਹਰ ਬੈਠੇ ਸਿੱਖ ਇੰਡੀਆ ਵਿੱਚ ਕਿਉਂ ਲੱਤ ਉਡਾਉਂਦੇ ਹੋ ਇਹ ਸਾਡਾ ਮਸਲਾ ਹੈ SGPC ਨੂੰ ਕਰਨ ਦਿਆ ਕਰੋ ਤੇ ਸਾਨੂੰ ਤੁਸੀਂ ਇਹ ਮਸਲੇ ਖੜੇ ਕਰਕੇ ਇੱਥੇ ਅਨਪੋਪੂਲਰ ਕਰਦੇ ਹੋ ਅਜੇ ਉਸ ਦਾ ਮੈਂ ਜਵਾਬ ਨਹੀਂ ਦਿੱਤਾ ਜੀ ਟਾਈਮ ਨਹੀਂ ਰਿਹਾ ਜਵਾਬ ਦੇਣਾ ਚਾਹੀਦਾ ਤੇ ਦੇਵਾਂਗੀ ਜੀ ਭੈਣ ਜੀ ਮਨਜਿੰਦਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਅਸੀਂ ਤੁਹਾਨੂੰ ਫਿਰ ਟਾਈਮ ਨਾਲ ਤੁਹਾਨੂੰ ਫਿਰ ਤੇ ਗੱਲਬਾਤ ਕਰਾਂਗੇ ਤੁਸੀਂ ਸਾਨੂੰ ਇਸ ਈਮੇਲ ਦਾ ਜਵਾਬ ਦੇ ਕੇ ਨੈਕਸਟ ਟਾਈਮ ਸਾਨੂੰ ਦੱਸਿਓ ਕਿ ਤੁਸੀਂ ਈਮੇਲ ਦਾ ਕਿਸ ਤਰ੍ਹਾਂ ਜਵਾਬ ਦਿੱਤਾ ਤੇ ਇਸ ਕੇਸ ਦੇ ਉੱਪਰ ਵੀ ਤੁਹਾਡੇ ਕੋਲ ਅਸੀਂ ਹੋਰ ਅਪਡੇਟਸ ਲਵਾਂਗੇ ਨੈਕਸਟ ਟਾਈਮ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇਹ ਕੇਸ ਵਿਸਤਾਰ ਦੇ ਨਾਲ ਦੱਸਿਆ ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਵਕਤ ਨਾਲ ਫਿਰ ਤੁਹਾਨੂੰ ਰਾਬਤਾ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਕੀਪ ਵਾਚਿੰਗ ਨਿਊਜ਼ TV 84 ਦੇ ਨਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ